ਸਾਹਿਬ ਜੀ। ਜਾਮ ਗੁਰੂ ਹੋਏ ਵੱਲ, ਧਨੇ ਕਿਆ ਗਰਭ ਦੀਜੈ। ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨੰਨ ਪਰ। ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸੱਚ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਾਰਨ ਦੂਹ ਤੇ ਰਹੈ। ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ, ਗੁਰ ਪੂਰਾ ਪਾਈਐ ਵੱਡ ਭਾਗੀ। ਦਰਸ਼ਨ ਕਉ ਜਾਈਐ ਕੁਰਬਾਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾ। ਠਾਕੁਰ ਬਿਨਤੀ ਕਰਨ ਜਨ ਆਇਓ, ਸਰਬ ਸੁਖ ਆਨੰਦ ਸਹਿਜ ਰਸ। ਸੁਨਤ ਤੁਹਾਰੋ ਨਾਇਓ, ਠਾਕੁਰ ਬਿਨਤੀ ਕਰਨ ਜਨ ਆਇਓ। ਸਰਬ ਸੁਖ ਆਨੰਦ ਸਹਿਜ ਰਸ। ਸੁਨਤ ਤੁਹਾਰੋ ਨਾਇਓ। ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ। ਜਸ ਸਭ ਮੈਂ ਜਾਂ ਕੋ ਛਾਇਓ। ਸੰਤ ਸੰਗ ਰੰਗ ਤੁਮ ਕੀਏ, ਆਪਣਾ ਆਪ ਦ੍ਰਿਸ਼ਟਾਇਓ। ਨੈਨੋ ਸੰਗ ਸੰਤਨ ਕੀ ਸੇਵਾ, ਚਰਨ ਝਾਰੀ ਕੇ ਸਾਇਓ। ਆਠ ਪਹਿਰ ਦਰਸ਼ਨ ਸੰਤਨ ਕਾ, ਸੁਖ ਨਾਨਕ ਇਹੋ ਪਾਇਓ। ਨੈਨੋ ਸੰਗ ਸੰਤਨ ਕੀ ਸੇਵਾ, ਚਰਨ ਝਾਰੀ ਕੇ ਸਾਇਓ। ਆਠ ਪਹਿਰ ਦਰਸ਼ਨ ਸੰਤਨ ਕਾ, ਸੁਖ ਨਾਨਕ ਇਹੋ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ, ਹੈਡ ਗ੍ਰੰਥੀ ਸਾਹਿਬਾਨ, ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸਰਵਣ ਕਰੋ। ਰੋਜ਼ਾਨਾ ਹੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਨੇ। ਸੋ ਅੱਜ ਵੀ 26 ਤਰੀਕ ਨੂੰ ਸ਼ਾਮ 4 ਵਜੇ NDMC ਕਨਵੈਨਸ਼ਨ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਵਿਸ਼ੇਸ਼ ਪੇਸ਼ਕਾਰੀ ਸ਼ਾਮ 4 ਵਜੇ ਕੀਤੀ ਜਾ ਰਹੀ ਹੈ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਰੌਣਕਾਂ ਵਧਾਓ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸ਼ੀ 29 ਜੂਨ ਨੂੰ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੋਦਰ ਦੇ ਪਾਠ ਤੋਂ ਲੈ ਕੇ 10:30 ਵਜੇ ਤੱਕ ਮਨਾਈ ਜਾ ਰਹੀ ਹੈ। ਇਸੇ ਤਰ੍ਹਾਂ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਵਿਸ਼ੇਸ਼ ਪ੍ਰੋਗਰਾਮ ਲਿਖੇ ਨੇ। ਬਾਲਾ ਪ੍ਰੀਤਮ ਐਜੂਕੇਸ਼ਨ ਸਕੀਮ ਜੋ ਲਾਗੂ ਕੀਤੀ ਗਈ ਹੈ, ਜੋ ਹੋਣਹਾਰ ਬੱਚੇ ਸਿੱਖ ਬੱਚੇ ਹੋਰਨਾਂ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਨੇ, ਉਹਨਾਂ ਨੂੰ ਅਗਲੀ ਪੜ੍ਹਾਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਕਰਾਉਣ ਵਾਸਤੇ ਮਾਇਕ ਸਹਾਇਤਾ ਵਜੋਂ ਗੋਦ ਲੈਣ ਦਾ ਉਪਰਾਲਾ ਕੀਤਾ ਹੈ। ਦਾਨੀ ਸੱਜਣਾਂ ਨੂੰ ਬੇਨਤੀ ਹੈ ਇਸ ਸਕੀਮ ਦੇ ਵਿੱਚ ਆਪ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਧ ਤੋਂ ਵੱਧ ਸਹਿਯੋਗ ਦਿਓ। ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਕਾਊਂਟਰ ਇਸ ਸਕੀਮ ਵਾਸਤੇ ਲਗਾਇਆ ਗਿਆ ਹੈ। ਸੰਗਤਾਂ ਉੱਥੇ ਪਹੁੰਚ ਕੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗਰੀਬ ਨਿਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਨਾਲ ਨਿਵਾਜੀ ਹੋਈ ਧਰਤੀ ਤੇ ਮਨ ਕਰਕੇ, ਸੁਰਤ ਕਰਕੇ, ਸਰੀਰ ਕਰਕੇ ਬੜੀ ਸ਼ਰਧਾ ਇਕਾਗਰਤਾ ਦੇ ਨਾਲ ਆਪ ਗੁਰਸਿੱਖ ਜੁੜੇ ਹੋ। ਗੁਰੂ ਸਾਹਿਬ ਜੀ ਦਾ ਜੋ ਲੜੀਵਾਰ ਬਚਨ ਅੱਜ ਬਖਸ਼ਿਸ਼ ਹੋਇਆ, ਉਹਦਾ ਪਾਠ ਤੁਸੀਂ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸੁਣਿਆ। ਸੱਚੇ ਪਾਤਸ਼ਾਹ ਹਜ਼ੂਰ ਜੋ ਸਾਡੇ ਤੇ ਰਹਿਮਤ ਕਰ ਰਹੇ ਆ, ਉਹਨੂੰ ਝੋਲੀ 'ਚ ਪਾਉਣ ਦਾ ਯਤਨ ਕਰੀਏ। ਇੱਕ ਵਾਰੀ ਸਾਰੇ ਪਿਆਰ ਵਿੱਚ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਸ਼ਬਦ ਦੀ ਰਹਾਓ ਵਾਲੀ ਪੰਕਤੀ ਹੈ, ਜਿੱਥੇ ਹਜ਼ੂਰ ਨੇ ਠਹਿਰਨ ਦਾ ਹੁਕਮ ਕੀਤਾ ਹੈ, ਜਿਹਨੂੰ ਅਸੀਂ ਆਪਣੀ ਭਾਸ਼ਾ 'ਚ ਕਹਿ ਸਕਦੇ ਹਾਂ ਕਿ ਅੰਡਰਲਾਈਨ ਕੀਤਾ ਹੈ। ਸਾਰੇ ਬਚਨ ਦਾ ਸੁਨੇਹਾ ਪ੍ਰੈਸੀ ਰੂਪ ਵਿੱਚ ਸਤਿਗੁਰੂ ਜੀ ਨੇ ਜਿੱਥੇ ਦਿੱਤਾ ਹੈ। ਸੋ ਇਸ ਪਵਿੱਤਰ ਪੰਕਤੀ ਦੇ ਅੰਦਰ ਸਾਹਿਬ ਨੇ ਬਖਸ਼ਿਸ਼ ਕੀਤੀ ਵੀ, ਹੇ ਦਾਤਾ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੰਗਤਾ ਬਣ ਕੇ ਆਇਆ, ਜੋਦੜੀ ਕਰਨ ਵਾਸਤੇ ਆਇਆ। ਮੇਰੇ ਆਉਣ ਦਾ ਮਨੋਰਥ ਆਪਣਾ ਆਪ ਜਣਾਉਣਾ ਨਹੀਂ ਹੈ ਬਾਦਸ਼ਾਹ। ਮੇਰੇ ਆਉਣ ਦਾ ਮਨੋਰਥ ਆਪਣੀ ਹਸਤੀ ਹੋਂਦ ਨੂੰ ਪ੍ਰਗਟਾਉਣਾ ਨਹੀਂ ਹੈ। ਮੈਂ ਤੇ ਜਾਚਕ ਬਣ ਕੇ ਮੰਗਣ ਵਾਸਤੇ ਆਇਆ। ਠਾਕੁਰ ਬੇਨਤੀ ਕਰਨ ਜਨ ਆਇਓ। हे ਮਾਲਕ ਜੀ, ਇਹ ਜਨ, ਇਹ ਸੇਵਕ ਆਪਣੀ ਵੇਦਨਾ ਲੈ ਕੇ ਆਇਆ, ਆਪਣੀ ਫਰਿਆਦ ਲੈ ਕੇ ਆਇਆ, ਆਪਣੀ ਜੋਦੜੀ ਲੈ ਕੇ ਆਇਆ। ਪਹਿਲਾ ਸਟੈਪ ਪੁੱਟਦਿਆਂ ਸਾਡੇ ਅੰਦਰ ਦਾ ਸਾਰਾ ਹੰਕਾਰ ਨਿਵਰਤ ਹੋ ਜਾਏਗਾ।
ਜਦੋਂ ਸਾਨੂੰ ਆਉਣ ਦੀ ਜਾਚ ਆ ਗਈ। ਗੁਰੂ ਚਰਨਾਂ ਵਿੱਚ ਆਉਂਦੇ ਤੇ ਹਾਂ, ਪਰ ਜਾਚ ਵਿਰਲਿਆਂ ਵਿਰਲਿਆਂ ਨੂੰ ਆਈ ਹੈ। ਸਾਧ ਸੰਗਤ ਜਿਨ੍ਹਾਂ ਨੇ ਮਨ ਨੀਵਾਂ ਕਰਕੇ ਕਿਹਾ, ਦਾਤਾ ਜੀ ਮੰਗਤਾ ਬਣ ਕੇ ਆਇਆ। ਪਹਿਲੀ ਪੰਕਤੀ ਰਹਾਉ ਦੀ ਪੰਕਤੀ ਹੈ। तो बड़ी कमाल किरपा साहब ने साडे उत्ते कीती ताकि सानू समझ आ जाए भी गुरु चरनां विच आउणा किवें है। ठाकुर बिनती करन जन आयो। वाहिगुरु करे वाकई असीं बेनती वाले ही बणीए जी, हुक्मरान ना बणीए। हुक्म करन नहीं आया, बेनती करन आया। पहला कदम पुट्टदियां मानसिक तौर पर प्रिपेयर होना कि मैं गुरु चरनां च किवें जाना है। जिवें एक स्टूडेंट स्कूल विच सिखियार्थी बन के जांदा है ते फिर ही कुछ सीख सकता है, इसे तरह एक जाचक, एक सिख जदों मन का हंकार त्याग के, निज मिटा के इस भावना नाल जांदा। वेखो सिखरां नूं छूण वाले अपने आप नूं पेश करके कहंदे ने, तेरी पनह खुदाए तू बख्शंदगी, शेख फरीदा खैर दीजै बंदगी। बाबा फरीद साहब कहंदे मैं खैर मंगण वास्ते आया। जिवें दरवाजे नूं नाक करके एक भिखारी मंगण वास्ते मालिक दे दरवाजे ते खड़ा हुंदा है, ते भिखारी दा कोई गुरूर नहीं हुंदा, कोई हंकार नहीं हुंदा, कोई मान नहीं हुंदा, कोई जोर नहीं हुंदा। किते भिखारी अपनी आइडेंटिफिकेशन नहीं दसदा कि मैं इस हस्ती नाल आया, वो ते तरस दा पात्र हुंदा है। इसे तरह गुरु दा सिख जदों भगत जना तो सिखदा है ना कि खैर दीजै, हाथ ठूठा फड़ के, कासा फड़ के, फिर वो कहता सच्चे पातशाह जी मैं करुणा मंगण वास्ते आया, तेरी दया मंगण वास्ते आया। थोड़ा जिहा वेखण दा यतन करिए कि साडी मानसिकता इस बचन नाल मेल खांदी है। गुरु हजूरी विच आउण वाले सिख अपने आप को इस शब्द के सामने ले जाके थोड़ा जिहा परखण दा यतन करके मैच खा रही है मानसिकता। ठाकुर बिनती करन जन आयो, सर्ब सुख आनंद सहज रस सुनत तुहारो नायो। तेरी वडियाई सुनी, तेरे नाम की शोभा सुनी, ये सारे सुख झोली च पै गए, आया ही मंगण वास्ते सी जी। आओ गुरु चरनां च आउण दी जाच सिखीए साध संगत जी। धन ने वो जिन्हां ने जुगत सिखी ते साहिब दे दर तो झोलियां भर के दाते ने नदर की, भिखारियां नूं शहनशाह बना दिता। कीड़ा थाप दे पातशाही, भिखारी ते राज करावै, खिन मैं नीच कीट को राज, पार ब्रह्म गरीब निवाज। गरीब निवाज पर जे ये मन गरीब बनने वास्ते ही तैयार नहीं, निरहंकार होना ही मन की गरीबी है। जे मन गरीब होने वास्ते बनने वास्ते ही तैयार नहीं है, फिर निवाजिश कित्थों मिलेगी। गरीब निवाज गोसाइया मेरा माथे छतर धरै, उते सिर ते छतर चला दिंदा है। छतर शहनशाही का प्रतीक ने। कदी नीवा हो के ते आ, खसम की खुशी लैण वास्ते निवण सुअखर है। निवण ये निमरता का उत्तम गुण है। केड़ा केड़ा बोल बोलीए, केड़े केड़े गुण धारण करिए। निवण सुअखर खवण गुण जेबा मणिया मंत। सब तो पहला क्या तेरे कोल निमरता होवे। धन गुरु गरीब नवाज पातशाह जी कहते सारी दुनिया के गुण एकत्र करके जे निचोड़ कढ़ना हो ना, उत्तम गुणों का तत्त कढ़ना होवे, निचोड़ कढ़ना होवे, ते सारे गुणों का निचोड़ है निमरता।
ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ ਤਤ ਕੱਢਿਆ। ਇੰਨੀ ਨਿਮਰਤਾ ਆਵੇ ਕਿ ਉਹ ਨਿਮਰਤਾ ਦੇ ਪਿੱਛੇ ਸਾਰੇ ਗੁਣ ਨਜ਼ਰ ਆਉਣ ਜੀ। ਸਵਾਰਥ ਵਾਲੀ ਨਿਮਰਤਾ ਨਹੀਂ, ਅਪਰਾਧੀ ਦੂਣਾ ਨਿਵੈ। ਜੇ ਕੇਵਲ ਕਾਇਆ ਦੇ ਝੁਕਣ ਨੂੰ ਹੀ ਨਿਮਰਤਾ ਕਹਿੰਦੇ ਤੇ ਫਿਰ ਤੇ ਮਹਾਰਾਜ ਜੀ ਕਹਿੰਦੇ ਸ਼ਿਕਾਰ ਖੇਲਣ ਵਾਲਾ ਤੇ ਕਈ ਵਾਰੀ ਕੋਹ ਪੈਂਡਾ ਕੋਣੀਆਂ ਭਰਨੇ ਕਿਸਰਦਾ ਹੋਇਆ ਡੰਡੌਤ ਕਰਦਾ ਜਾਂਦਾ, ਪਰ ਉਹਦੇ ਝੁਕਣ ਦੀ ਮਨਸਾ ਬੜੀ ਖਤਰਨਾਕ ਹੈ। ਉਹ ਝੁਕ ਰਿਹਾ ਮਨ ਨੀਵਾਂ ਕਰਨ ਵਾਸਤੇ ਨਹੀਂ, ਉਹਦਾ ਤਨ ਝੁਕ ਰਿਹਾ ਕਿਸੇ ਦਾ ਘਾਤ ਕਰਨ ਵਾਸਤੇ। ਇਦਾਂ ਦਾ ਨਾ ਝੁਕੀ, ਇਦਾਂ ਦਾ ਨਾ ਝੁਕੀ। ਐਸੇ ਝੁਕਣ ਨੂੰ ਸਤਿਗੁਰੂ ਜੀ ਨੇ ਨਕਾਰ ਦਿੱਤਾ ਸਾਧ ਸੰਗਤ, ਜਦੋਂ ਕਹਿੰਦੇ ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਏ ਸੀਸ ਨਵਾਇਆ ਕਿਆ ਥੀ ਹੈ, ਜਾ ਹਿਰਦੈ ਕਸੁੱਧੈ ਜਾਏ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਗਰੀਬੀ ਦਾ ਸੰਬੰਧ ਸਰੀਰ ਦੀ ਕਿਰਿਆ ਨਾਲ ਨਹੀਂ ਹੈ, ਵੀ ਕਿਸੇ ਕੋਲ ਮਹਿਲ ਹੈ ਜਾਂ ਕੁੱਲੀ ਹੈ, ਕਿਸੇ ਕੋਲ ਫਟੇ ਕੱਪੜੇ ਨੇ ਜਾਂ ਤਨ ਦੇ ਉੱਤੇ ਸੁੰਦਰ ਲਿਬਾਸ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮਾਨਯੋਗ ਸਿੰਘ ਸਾਹਿਬ ਜੀ ਅਨਾਉਂਸ ਕਰ ਰਹੇ ਸੀ ਕਿ ਦਿੱਲੀ ਮੈਨੇਜਮੈਂਟ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਤਰੀਕ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਮਨਾਉਣੀ ਹੈ। ਬਾਦਸ਼ਾਹ ਹੈ ਸਿੱਖ ਕੌਮ ਦਾ, ਸਿੱਖ ਰਾਜ ਦਾ ਬਾਦਸ਼ਾਹ, ਪਰ ਦੁਨੀਆ ਦੀ ਹਰ ਸੋਹਣੀ ਸ਼ੈ ਹੁੰਦੀ ਹੈ ਤੇ ਉਹ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਪਣ ਕਰ ਦਿੰਦੇ ਆ। ਕਹਿੰਦੇ ਨਹੀਂ, ਰਣਜੀਤ ਸਿੰਘ ਇਹਦੇ ਕਾਬਲ ਨਹੀਂ, ਇਹ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੋਭਦੀ ਹੈ। ਸਾਧ ਸੰਗਤ, ਗਰੀਬੀ ਕਿਹਨੂੰ ਕਹਿੰਦੇ? ਅਰਥ ਮਹਿਲਾਂ ਦਾ ਜਾਂ ਧਨ ਦਾ ਜਾਂ ਨਿਰਧਨ ਹੋਣ ਦਾ ਨਹੀਂ ਹੈ। ਗੁਰੂ ਸਾਹਿਬ ਜੀ ਇਸ ਹਿਰਦੇ ਦੀ ਨਿਮਰਤਾ ਨੂੰ ਗਰੀਬੀ ਕਹਿ ਰਹੇ ਆ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀਹਾਂ ਮੁਕਤ ਆਗੈ ਸੁਖ ਪਾਵੈ। ਵਿਰਲੇ ਨੇ ਜਿਨ੍ਹਾਂ ਦੇ ਹਿਰਦੇ 'ਚ ਗਰੀਬੀ ਹੈ। ਬਾਦਸ਼ਾਹ ਹੈ, ਲੋੜਵੰਦਾਂ ਦੀਆਂ ਪੀੜਾਂ ਨੂੰ ਸਮਝਦਾ ਹੈ, ਆਪਣੀ ਪ੍ਰਜਾ ਦੇ ਦੁੱਖ ਵੰਡਾਉਂਦਾ ਹੈ। ਦੁਨੀਆ ਦੇ ਵਿੱਚ ਗੁਰਮੁਖੋ ਐਸਾ ਰਾਜ ਕਿਤੇ ਨਹੀਂ ਲੱਭਿਆ ਜੈਸਾ ਸਿੱਖ ਰਾਜ ਸੀ। ਵਕਤ ਆਇਆ, ਕੁਝ ਸਮਾਂ ਬਾਰਿਸ਼ ਨਾ ਹੋਈ, ਅਕਾਲ ਪੈ ਗਿਆ। ਦਿਆਲੂ ਬਾਦਸ਼ਾਹ ਨੇ ਆਪਣੇ ਭੰਡਾਰਿਆਂ ਦੇ ਮੂੰਹ ਖੋਲ ਦਿੱਤੇ, ਆਖਿਆ ਲੋੜ ਵਾਸਤੇ ਜਿੰਨਾ ਕੋਈ ਲਿਜਾ ਸਕਦਾ ਚੁੱਕ ਕੇ ਲੈ ਜਾਏ। ਇੱਕ ਬੁੱਢਾ ਮੋਚੀ ਆਪਣੇ ਛੋਟੇ ਜਿਹੇ ਪੋਤੇ ਨੂੰ ਨਾਲ ਲੈ ਕੇ ਇਸ ਭੰਡਾਰੇ ਵਿੱਚ ਆ ਗਿਆ। ਚੱਦਰ ਵਿਛਾ ਕੇ ਅਨਾਜ ਦੀ ਪੰਡ ਪਾਉਣ ਲੱਗਾ। ਕੁਦਰਤੀ ਆ, ਮਨੁੱਖ ਦੇ ਮਨ ਚ ਆਉਂਦਾ ਕਿ ਥੋੜਾ ਜਿਹਾ ਵੱਧ ਲੈ ਜਾਵਾਂ, ਅੱਜ ਦਾ ਡੰਗ ਟੱਪੇਗਾ ਕੱਲ ਦਾ ਵੀ ਟੱਪ ਜਾਏ। ਸਰੀਰ ਬਿਰਧ ਸੀ, ਭਾਰ ਵੱਧ ਪਾ ਲਿਆ, ਬੁੱਢੇ ਮੋਚੀ ਕੋਲੋਂ ਚੁੱਕਿਆ ਨਾ ਜਾਏ। ਇੱਕ ਸਰਦਾਰ ਫਿਰ ਰਿਹਾ ਹੈ, ਚੱਦਰ ਦੀ ਬੁੱਕਲ ਮਾਰੀ ਹੋਈ ਹੈ। ਇਹਨੇ ਕਿਹਾ, ਬਾਬਾ ਚੁੱਕਿਆ ਨਹੀਂ ਜਾਂਦਾ? ਕਹਿੰਦੇ ਹਾਂ ਪੁੱਤਰ, ਬੇਵਾਸਾਂ, ਸਰੀਰ ਬੁੱਢਾ ਹੈ, ਹੱਡ ਕੰਮ ਨਹੀਂ ਕਰਦੇ। ਸਰਦਾਰ ਕਹਿਣ ਲੱਗਾ, ਮੇਰੇ ਸਿਰ ਤੇ ਰੱਖ, ਮੈਂ ਤੇਰੇ ਘਰ ਛੱਡ ਦਿੰਦਾ, ਮੈਨੂੰ ਪਤਾ ਦੱਸ। ਸਰਦਾਰ ਨੇ ਅਨਾਜ ਦੀ ਪੰਡ ਚੁੱਕੀ ਤੇ ਬੁੱਢੇ ਮੋਚੀ ਦੇ ਘਰ ਚਲਿਆ ਗਿਆ ਛੱਡਣ। ਬੁੱਢਾ ਮੋਚੀ ਨਾਲ ਨਾਲ ਤੁਰਿਆ ਜਾਂਦਾ ਤੇ 100 ਸੀਸਾਂ ਦਿੰਦਾ। ਕਹਿਣ ਲੱਗਾ, ਤੂੰ ਮੇਰਾ ਮਰਿਆ ਹੋਇਆ ਪੁੱਤਰ ਚੇਤੇ ਕਰਵਾ ਦਿੱਤਾ। ਅੱਜ ਕਿਤੇ ਮੇਰਾ ਪੁੱਤਰ ਕਰੀਮਾ ਹੁੰਦਾ ਤੇ ਇਹ ਦਿਨ ਨਹੀਂ ਸੀ ਵੇਖਣਾ ਪੈਣਾ, ਪਰ ਤੂੰ ਮੈਨੂੰ ਮੇਰੇ ਪੁੱਤਰ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਮੈਨੂੰ ਤੇਰੇ ਵਿੱਚੋਂ ਆਪਣਾ ਪੁੱਤਰ ਨਜ਼ਰ ਆਉਂਦਾ ਹੈ। ਮੇਰਾ ਪੁੱਤਰ ਨੌਜਵਾਨ ਕਰੀਮਾ ਚੜ੍ਹਦੀ ਜਵਾਨੀ ਮੈਥੋਂ ਰੁਖਸਤ ਹੋ ਗਿਆ, ਜੁਦਾ ਹੋ ਗਿਆ, ਉਹਦਾ ਇੰਤਕਾਲ ਹੋ ਗਿਆ, ਦੇਹਾਂਤ ਹੋ ਗਿਆ। ਇਹ ਨੰਨਾ ਜਿਹਾ ਬਾਲ ਮੇਰੇ ਪੁੱਤਰ ਦਾ ਪੁੱਤਰ ਹੈ, ਮੈਂ ਟੱਬਰ ਪਾਲਣ ਲਈ ਮਜਬੂਰ ਹਾਂ। ਪੀੜਾ ਦੀ ਪੰਡ ਬਜ਼ੁਰਗ ਦੇ ਸਿਰ ਤੇ ਹੈ ਤੇ ਸਰਦਾਰ ਨੇ ਬੁੱਢੇ ਦੀ ਅਨਾਜ ਦੀ ਪੰਡ ਚੁੱਕੀ, ਘਰ ਜਾ ਕੇ ਲਾਉਣ ਲੱਗਾ ਤੇ ਬਜ਼ੁਰਗ ਪੁੱਛਦਾ, ਸਰਦਾਰਾ ਬੜਾ ਪਰਉਪਕਾਰ ਕੀਤਾ ਈ, ਦੱਸ ਤੇ ਸਹੀ ਤੇਰਾ ਨਾਂ ਕੀ ਹੈ?
सरदार कहन लगा छड्ड बापू, पुछ के की लेना, तू पुत्र कह दिता यही बहुत है। क्या नहीं दसते सही, किते जिंदगी के मोड़ ते मिलेगा, ठंड पएगी। सरदार ने सिर तो चादर लाई ते उभरिया चेहरा सिख राजे का महाराजा रणजीत सिंह तरबक गया। बजुर्ग हाथ जोड़ के कहता मैं महाराजे के सिर ते पंड चुकाई है। ते महाराजा कहन लगा पुत भी कहता ते हाथ भी जोड़दा, मैं तेनू अपना पिता ही तस्लीम करदा, चिंता ना कर, पुत्र वांग ही वरतांगा। महलों विच बैठ के भी हिरदे च गरीबी आ सकती है। साध संगत, गरीबी का संबंध फटे हुए कपड़ियां नाल नहीं है, हंकार तो मुक्त होने दे नाल है। जिन्हां दे हिरदे च सतगुरु गरीबी वसाउंदे आ, उत्थे गरीब निवाज की निवाजिश वरसदी है जी। हुण रहमत का मेघ ते बरसदा ही रहिंदा साध संगत जी, पर पात्र उही बनदा है जिन्हों मंगता बनन की जांच आ जाती है। पात्र उही बनदा, रहमत निरंतर बरस रही है। सतगुर सदा दयाल है भाई, विण भागा क्या पाई है। वह सारिਆਂ उत्ते एक समान बख्शिश कर रहा। बदलों की बरसात वांग रहमत बरस रही है, पर जिमें बदलों का मीह टिब्बियां उत्ते नहीं टिकता, नीवी थां टिकदा, एवें मेरे मालका तेरी रहमत भी उत्थे टिकदी है जिथे निमरता होवे। ठाकुर बेनती करन जाना आया। गर्भ बड़े खतरनाक बीमारी है, हंकार। गर्भ का मतलब हंकार, गुरूर। गर्भ ना कीजिए कबीर, गर्भ ना कीजिए ऊंचा देखा वास, आज काल भोए लेटना ऊपर जमै कास। जे सिर रच रच बांधत पाग, बड़ा ही गुरूर है। सुंदरता सुहपन जोबन शान पदवी रुतबा शोहरत। ते एक दिन एक खोपरी मिट्टी च रुलदी वेखी, तेह सिर चुंच सवारे काग, इस तन धन का क्या गर्भैया, राम नाम काहे ना दृढ़ैया। गर्भ ना कीजै रेन हो बीजै, करै सो भला मान ना कीजै, शरण परीजै। हंकार ना कर। किस गल का हंकार कर रहे हो भाई? जिन्हां दे अंदर गर्भ है वो रहमत की बरसात तो कोरे ने सखने ने कहा ठाकुर बिनती करने जाने आया। मैं मंगता हाँ, हम भीखक भिखारी तेरे, तू निज पत है दाता। जाचक मंगै दान, तेरी पनै खुदाए, शेखपुरी दा खैर दीजै। सब मंगते बन के खड़े आ, किसी ने नहीं कहा कि मैं दाता हाँ। जेड़े मंगते बने उन्हां दीयां झोलियां भरियां पई। तू प्रभ दाता दान मत पूरा, हम होया एहसास जी, हम थारे भिखारी जियो, बिनती करन जाने आया। जदों बंदा हुक्मरान होवे वो बेनती नहीं करता जी, भावें वो कहण नूं हथ जोड़ के खड़ा होवे, पर उहदे जोड़े हुए हत्थां च बेनती नहीं हुंदी, उहदे अंदरों हंकार की बू आ रही होंदी है। मान ना कीजै शरण परीजै, करै सो भला मनाइए। सुन मीता जियो पिंड सब तन अर्पीजै, इहों दर्शन हर जियो पाइए। अपना आपा भेंट कर नीवा होके, वाहिगुरू का मिलाप ते प्रतख है भाई। गर्भ जिना वडियाइयां, वड्डे होने का गुरूर, तू जानता ही नहीं मैं कौन हाँ। तेरा फर्ज नहीं बनता कि मैनू फतेह बुलावे। गुरु घर आके इस तरह का एहसास मन में हुंदा, तैनू पता नहीं कि मैं अहुदेदार हाँ ते तू मैनू फतेह बुलावे। खट के नहीं जा सकांगे साध संगत। वाहिगुरू करे सानू चाकर बनना आवे, चाकर गोबिंद के, वडाणी चाकरी नहीं, गोबिंद दे चाकर बनना आवे। नीवा होना आवे, हम चाकर गोबिंद के, ठाकुर मेरा भारा। एक बचन साहब ने बाणी च बख्शिया, कहंदे जेडे गोबिंद दे चाकर बनने की बजाय होरां दे चाकर बनते ने ना, चाकरी बनानी खरी दुखाली।
बचन नूं पकड़ियो थोड़ा जिहा। चाकरी वडाणी खरी दुखाली, आप वेच धर्म गवाए। नाले ते जमीर वेच लैंदा, नाले दीन गवा लैंदा। साहिब दी कर चाकरी, दिल दी लाहे भरांद, दरवेशां नूं लोड़ ही है रुखां दी जरांद। जरन दी शक्ति होवे अंदर, डंडे खा के भी रुख ठंडी छां दिंदा, मिठा फल दिंदा। इदां दा बन जा। गर्भ जिन्हां वडियाइयां, बांस नूं उच्चा होण दा मान है। चंदन दियां जड़ां च वस के भी उहदे अंदर खुशबू नहीं जाती। दुनिया भर दे रुखां दे अंदर खुशबू चली जाती है, संगत दा असर हो जाता है। चंदन का बिरवा भला बेड़ियो ढाक पलास, सब तो निगूणे रुख ओए भी चंदन होए रहा, बसै जो चंदन पास। पर एक गल कही कि चंदन कै निकटै बसै, बांस सुगंध ना होए। बड़ा उच्चा है, अंदरों खोखला है। निगूणे रुखां विच भी चंदन की खुशबू असर कर जाती है संग करके, पर जिहड़ा अंदरों खोखला वड्डे होण दा गुरूर है वो सखना ही रह जाता है। साध संगत जी, प्रतीक ने, सिंबल ने जिहड़े साहिब ने वरते है। इत्थे ते तुम चंदन हम रिंड वापरे, संग तुम्हारे वासा, नीच रूख ते ऊंच भये हैं, गंध सुगंध निवासा। नीचा तो ऊंच हुंदा है, पर बांस ना बनी, बाकी जो मर्जी बन जाए। बांस हंकार दा प्रतीक, अंदरों खोखला है। गर्भ जिन्हां वडियाइयां, धन जोबन आगा, खाली चले धनी स्यों। शाह बैठा होया वंडन वाला, झोलियां भर भर वंड रहा, पर वो खाली वो वंड रहा, बरकतां पा रहा, पर हद हो गई जी। ओदी रहमत दे मेघ बरसदे हुण, फिर खाली ते खाली, सुक्के ते सुक्के टिब्बे जियों में आह, जिवें मींह विच टिब्बे सुक्के रह जांदे आ। किस गल दा गर्व करना है? हमरो करता राम स्नेही, काहे रे नर गर्भ करत है। ये मेरे नाल गल्लां कीतियां गुरु ने। काहे रे नर गर्भ करत है, बिन सजाए झूठी देही। मेरी मेरी कैरों करते दुर्योधन से भाई, 12 जोजन शतर चले था, देही गर्जन खाई, सर्ब सोइन की लंका होती। तू किस चीज का गर्व कर रहा है? रावण ते अधकाई, कहां पयो दर बांधे हाथी, खिनवा पई पराई। धन जोबन का गर्भ न कीजै, बड़ी ताकत है तेरे चज, बड़ी शक्ति है। कुदरती ये नशा बड़ा खतरनाक है, बिना बोलन तो भी अंदरों झलकदा है। साध संगत जी माफ करियो, वाहिगुरू बचा के रखन। धन जोबन का गर्भ ना कीजै, कागज ज्यों गल जाएगा। जिवें छिट्टां पै के किन्नी को मनियाद हुंदी, खड़ 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 करदा कागज, एक रात बाहर रह जे ते गल जांदा है। इदां गर्भ ना कर। ठाकुर बिनती करन जन आयो, हे स्वामी जी मैं मंगता बन के आया। बस इस पंक्ति नूं समझ लईए, साडा आउणा सफल हो जाएगा। साध संगत जी, कई बारी अद्धी अद्धी सदी लंघ जाती मत्थे टेकदियां, आउणा सफल नहीं हुंदा। धन गुरु नानक साहब सच्चे पातशाह जी की उडीक विच राजा शेवनाब संगला दीप विच बैठा है। लंबी गाथा है, मैं सिर्फ अपने विषय की गल करदा। गुरु नानक साहब सच्चे पातशाह जी नूं उडीकदा है ते गुरु नानक साहब जी पहुंच गए। हुण आखिर राजा सी ना, तो जिहड़ा किते ना किते मस ते रहिंदी है। वाहिगुरू करे धन ने वो जिन्हां नूं साहिब ने रिजक भी दिता है ते नाल निमरता भी दी। ऐसे हन गुरसिख साध संगत जी, ऐसियां भलियां रूहां हन
ਜਿਨ੍ਹਾਂ ਨੂੰ ਹੱਦ ਦਰਜੇ ਦੀ ਸਾਹਿਬ ਨੇ ਨਿਮਰਤਾ ਦਿੱਤੀ ਹੈ। ਗੁਰਮੁਖ ਹਿਰਦੈ ਗਰੀਬੀ ਆਵੈ, ਗੁਰਮੁਖ ਰੂਹਾਂ ਦੇ ਹਿਰਦੇ 'ਚ ਗਰੀਬੀ ਵੱਸਦੀ ਹੈ, ਕੋਈ ਕਾਲ ਨਹੀਂ ਪਿਆ ਹੋਇਆ। ਉਹਨਾਂ ਗੁਰਮੁਖਾਂ ਨੂੰ ਨਮਸਕਾਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਇਹ ਦਿੱਤੀ ਹੋਈ ਨਿਮਰਤਾ ਨੂੰ ਸੰਭਾਲਿਆ। ਗਹਿਣਾ ਹੈ ਗੁਰੂ ਦੇ ਘਰ ਦਾ ਸਾਧ ਸੰਗਤ ਜੀ, ਸਿੱਖ ਦਾ ਗਹਿਣਾ ਹੈ। ਚਲੋ ਬਹੁਤ ਕੁਝ ਵਾਪਰਿਆ, ਪਰਖ ਹੋਈ, ਤੇ ਜਦੋਂ ਉਹਨੂੰ ਕਨਫਰਮ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਆ ਗਏ ਨੇ, ਰਾਜਾ ਸ਼ਿਵਨਾਭ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹਦੇ ਨਾਲ ਸੈਂਕੜੇ ਲੋਕ ਨੇ ਸੱਜੇ ਖੱਬੇ, ਦਰਜਨਾਂ ਲੋਕਾਂ ਦੇ ਹੱਥਾਂ ਵਿੱਚ ਇਹਦੇ ਜਿਹੜੇ ਅਹਿਲਕਾਰ ਨੌਕਰ ਚਾਕਰ ਸਨ, ਬੇਸ਼ਕੀਮਤੀ ਭੇਟਾਵਾਂ ਫੜੀਆਂ ਹੋਈਆਂ, ਰਾਜਸੀ ਠਾਠ ਦੇ ਨਾਲ ਸੋਹਣੇ ਜਿਹੇ ਥਾਲ ਕੀਮਤੀ ਦੁਸ਼ਾਲਿਆਂ ਨਾਲ ਟੱਕੇ ਹੋਏ, ਕਿਸੇ 'ਚ ਅਸ਼ਰਫੀਆਂ ਨੇ ਸੋਨੇ ਚਾਂਦੀ ਦੀਆਂ। ਦਰਜਨਾਂ ਲੋਕ ਇਦਾਂ ਕਤਾਰ 'ਚ ਖੜੇ ਆ ਅਸ਼ਰਫੀਆਂ ਲੈ ਕੇ, ਦਰਜਨਾਂ ਲੋਕ ਖੜੇ ਨੇ ਮੇਵੇ ਗਿਰੀਆਂ ਰਸ ਕਸ ਲੈ ਕੇ, ਦਰਜਨਾਂ ਲੋਕ ਖੜੇ ਨੇ। ਮਸਾਂ ਕਿਤੇ ਗੁਰੂ ਨਾਨਕ ਦਾ ਮੇਲ ਹੋਇਆ। ਉਹ ਲੋਕ ਜਿਨ੍ਹਾਂ ਕੋਲ ਰੇਸ਼ਮ ਹੈ, ਪਸ਼ਮੀਨਾ ਹੈ, ਕੀਮਤੀ ਵਸਤਰ ਨੇ, ਜੋ ਜੋ ਭੇਟਾਵਾਂ ਹੁੰਦੀਆਂ ਨੇ, ਇਹਨੇ ਬਹੁਤ ਕੀਮਤੀ ਭੇਟਾਵਾਂ ਲਈਆਂ। ਸੈਂਕੜੇ ਲੋਕਾਂ ਦੀ ਭੀੜ ਨਾਲ ਹੈ ਤੇ ਲੋਕ ਰਸਤਾ ਛੱਡਦੇ ਜਾ ਰਹੇ। ਰਾਜਾ ਆ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗਿਆ। ਅਸ਼ਰਫੀਆਂ, ਮੋਹਰਾਂ, ਧਨ, ਜੋ ਜਿਵੇਂ ਅਸੀਂ ਮਾਇਆ ਰੱਖਦੇ ਹਾਂ, ਇਹ ਰੱਖੀਆਂ ਚਰਨਾਂ 'ਚ। ਤੇ ਮੇਰੇ ਸਾਹਿਬ ਨੇ ਕਿਹਾ ਕਿ ਸਾਡੇ ਕਿਸ ਕੰਮ ਹੈ, ਇਹ ਨਿਰਧਨਾਂ 'ਚ ਵੰਡ ਦਿਓ, ਕਿਉਂਕਿ ਗੁਰੂ ਕਹਿੰਦਾ ਮੇਰੀ ਗੋਲਕ 'ਚ ਪਾ ਦਿਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੀ ਗੋਲਕ 'ਚ ਪਾ ਦਿਓ। ਤੇ ਗੁਰੂ ਦੀ ਗੋਲਕ ਕੀ ਹੈ ਜੀ? ਹਾਂਜੀ, ਗਰੀਬ ਦਾ ਮੂੰਹ। ਇਹ ਵੀ ਲੰਗਰ ਛਕਦੇ ਨੇ, ਤੁਸੀਂ ਗੋਲਕ 'ਚ ਪਾ ਰਹੇ ਹੋ। ਮੈਂ ਵੇਖਦਾ ਕਿੰਨੇ ਲੋੜਵੰਦ ਨੇ, ਠੀਕ ਹੈ ਸ਼ਰਧਾ ਨਾਲ ਵੀ ਛਕਦੇ ਨੇ, ਪਰ ਹਜ਼ਾਰਾਂ ਲੋੜਵੰਦ ਨੇ ਲੰਗਰ ਦੇ ਬਾਹਰ ਜਿਹੜੇ ਉਡੀਕ ਰਹੇ ਨੇ, ਜਿਨ੍ਹਾਂ ਨੂੰ ਕਿਤੋਂ ਰੋਟੀ ਦੀ ਆਸ ਨਹੀਂ, ਉਹਨੂੰ ਗੁਰੂ ਨਾਨਕ ਦੇ ਘਰ 'ਚੋਂ ਪ੍ਰਸ਼ਾਦੇ ਦੀ ਆਸ ਹੈ। ਇਹ ਗੋਲਕਾਂ ਵੀ ਜਦੋਂ ਤੁਸੀਂ ਭਰਦੇ ਹੋ ਤੇ ਇਹ ਗਰੀਬ ਦੇ ਮੂੰਹ ਵਿੱਚ ਦਾਣਾ ਪੈਂਦਾ ਹੈ। ਮਹਾਰਾਜ ਕਹਿਣ ਲੱਗੇ ਲੋੜਵੰਦਾਂ ਵਿੱਚ ਦਿਓ। ਰਸ ਕਸ, ਮੇਵੇ ਗਿਰੀਆਂ, ਬਹੁਤ ਕੁਝ ਅਰਪਣ ਕੀਤੇ। ਸਤਿਗੁਰੂ ਜੀ ਕਹਿੰਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਢੰਗ ਦਾ ਭੋਜਨ ਨਹੀਂ ਮਿਲਦਾ, ਉਹਨਾਂ 'ਚ ਵੰਡੋ, ਖੁਸ਼ੀ ਮਿਲੇਗੀ। ਇਹਨੇ ਰੇਸ਼ਮ, ਪਸ਼ਮੀਨਾ, ਕੀਮਤੀ ਅਨਮੋਲ ਵਸਤਰ ਭੇਟ ਕੀਤੇ। ਸਾਹਿਬ ਕਹਿੰਦੇ ਤਨ ਤੋਂ ਨੰਗੇ ਬਹੁਤ ਲੋਕ ਤੇਰੀ ਪਰਜਾ ਹੈ, ਮੈਨੂੰ ਦੇਣ ਦੀ ਬਜਾਏ ਉਹਨਾਂ ਦਾ ਤਨ ਕੱਜ। ਤੇ ਥੋੜਾ ਜਿਹਾ ਮਹਿਸੂਸ ਹੋਇਆ ਵੀ ਭੇਟਾ ਮੇਰੀ ਮੋੜ ਦਿੱਤੀ, ਸਾਨੂੰ ਹੀ ਕੋਈ ਪਿਆਰ ਨਾਲ ਫੜਾ ਦੇ ਨਾ ਰੁਪਈਏ 150 ਤੇ ਅਸੀਂ ਉਹਨੂੰ ਵਾਪਸ ਕਰ ਦਈਏ। ਤੇ ਪਿੰਚ ਤੇ ਹੁੰਦੀ ਹੈ ਨਾ ਗੱਲ ਜੀ, ਅਜੇ ਅਸੀਂ ਸਧਾਰਨ ਮਨੁੱਖ ਹਾਂ। ਉਹ ਪਾਤਸ਼ਾਹ ਸੀ ਤੇ ਮਨ ਦੀ ਭਾਵਨਾ ਸੀ ਮੈਂ ਅਰਪਣ ਕਰਾਂ। ਸਾਹਿਬ ਕਹਿਣ ਲੱਗੇ ਇਹੀ ਮੇਰਾ ਰੂਪ ਨੇ ਸਾਰੇ, ਇਹਨਾਂ 'ਚ ਵੰਡ, ਤੈਨੂੰ ਖੁਸ਼ੀ ਮਿਲੇਗੀ। ਤੇ ਥੋੜਾ ਜਿਹਾ ਮਹਿਸੂਸ ਹੋਇਆ ਵੀ ਮੇਰੀ ਕੋਈ ਵੀ ਭੇਟਾ ਪ੍ਰਵਾਨ ਨਹੀਂ ਹੋਈ। ਤੇ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਜੇ ਤੁਹਾਨੂੰ ਇਹ ਭੋਜਨ ਪਦਾਰਥ ਨਹੀਂ ਚਾਹੀਦੇ, ਤੁਹਾਨੂੰ ਵਸਤਰ ਨਹੀਂ ਚਾਹੀਦੇ, ਅਸ਼ਰਫੀਆਂ ਨਹੀਂ ਚਾਹੀਦੀਆਂ, ਤੁਸੀਂ ਮੈਨੂੰ ਦੱਸੋ ਮੈਂ ਕੀ ਭੇਟ ਕਰਾਂ। ਹੁਣ ਆਖਰ ਕੁਝ ਤੇ ਮੈਂ ਭੇਟ ਕਰਾਂ ਨਾ ਜੋ ਤੁਹਾਨੂੰ ਪ੍ਰਵਾਨ ਹੋਵੇ, ਮੈਂ ਕੀ ਅਰਪਣ ਕਰਾਂ। ਤੇ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ ਇਹ ਜਿਹੜੀ ਮੈਂ ਆ ਨਾ, ਇਹ ਅਰਪਣ ਕਰਦੇ ਤੂੰ ਪ੍ਰਵਾਨ ਹੋ ਜਾਏਗਾ। ਠਾਕੁਰ ਬੇਨਤੀ ਕਰਨ ਜਨ ਆਇਓ, ਇਹਨੂੰ ਬਾਹਰ ਛੱਡ ਕੇ ਆਈਏ। ਮੈਂ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਮੈਂ ਵੱਖਰੇ ਤੂੰ ਵੱਖਰੇ, ਸਾਰੀ ਜ਼ਿੰਦਗੀ ਹੋਣ ਦੀ ਜਣਾਈ ਜਾਵਾਂਗੇ। ਹੱਥ ਜੋੜ ਕੇ ਗੁਰਸਿੱਖਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਇੱਕ ਪ੍ਰਣ ਕਰੋ ਖਬਲਾ ਵੱਡਾ ਜਿਹਾ ਜਿਗਰਾ ਕਰਕੇ ਕਿ ਅਸੀਂ ਅਰਦਾਸੀਏ ਸਿੱਖ ਦੇ ਹੱਥ ਵਿੱਚ ਏਡੀ ਲੰਬੀ ਲਿਸਟ ਨਹੀਂ ਫੜਾਉਣੀ। ਮੇਰਾ ਵੀ ਨਾਂ, ਮੇਰੇ ਭਾਪੇ ਦਾ ਵੀ ਨਾਂ, ਮੇਰੇ ਪੋਤੇ ਦਾ ਵੀ ਨਾਂ, ਮੇਰੀ ਜਾਤ ਨਹੀਂ ਨਾਲ ਬੋਲੀ। ਮੈਂ ਇੱਕ ਵਾਰੀ ਸੀ ਇੱਕ ਜਗ੍ਹਾ ਦੇ ਉੱਤੇ MP ਵਿੱਚ, ਉਹ ਕਹਿੰਦਾ ਨਾਂ ਤੇ ਲੈ ਦਿੱਤਾ ਸੀ ਗੁਰੂ ਕਾ ਸੇਵਾਦਾਰ ਜੀ ਭਿਆਣਾ ਮੇਰੇ ਵਰਗਾ, ਕਹਿੰਦਾ ਨਾਂ ਤੇ ਲੈ ਦਿੱਤਾ ਸੀ, ਕਹਿੰਦਾ ਨਾਂ ਤੇ ਲਿਆ, ਮੇਰੀ ਜਾਤ ਨਹੀਂ ਬੋਲੀ ਨਾਲ। ਨਾ ਜਣਾਈਏ ਆਪਣਾ ਆਪ। ਸਾਹਿਬ ਕੋਲ ਕਹੀਏ ਅਸੀਂ ਬੇਨਤੀ ਕਰਨ ਆਏ ਹਾਂ, ਤੇ ਕਦੀ ਜਾਚ ਕੇ ਨਹੀਂ ਕਹਿੰਦਾ ਵੀ
ਤੈਨੂੰ ਪਤਾ ਮੈਂ ਕੌਣ ਆ। ਉਹ ਮੰਗਤਾ ਹੀ ਬਣ ਕੇ ਆਉਂਦਾ ਤੇ ਮੇਰਾ ਸਤਿਗੁਰੂ ਉਸ ਕਾਸੇ ਨੂੰ ਭਰ ਦਿੰਦਾ। ਸਾਧ ਸੰਗਤ, ਇਹ ਉਹਦੇ ਦਰ ਦਾ ਬਿਰਧ ਹੈ। ਉਹ ਅੱਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਜਾਚ ਦੱਸੀ ਹੈ। ਗੁਰੂ ਸਾਹਿਬ ਰਹਿਮਤ ਕਰਨ ਅਸੀਂ ਇਹਨੂੰ ਗ੍ਰਹਿਣ ਕਰ ਸਕੀਏ। ਰਾਗ ਸਾਰੰਗ ਦੇ ਅੰਦਰ ਪੰਚਮ ਪਾਤਸ਼ਾਹ ਹਜ਼ੂਰ ਨੇ ਕਿਰਪਾ ਕੀਤੀ ਹੈ। ਗੁਰੂ ਦਾਤਾ ਜੀ ਦੇ ਇਹ ਬਚਨ ਤੋਂ ਸ਼ਬਦ ਦੀ ਵਿਚਾਰ ਨੂੰ ਥੋੜਾ ਜਿਹਾ, ਇਹ ਸਿਰਫ ਇੱਕ ਬੇਸ ਸੀ ਵੀ ਸਾਡਾ ਮਨ ਪ੍ਰਪੇਅਰ ਹੋ, ਤਿਆਰ ਹੋਵੇ ਵੀ ਕਿਵੇਂ ਜਾਈਦਾ ਜੀ ਗੁਰੂ ਕੋਲ। ਇਹ ਵੀ ਇੱਕ ਸਿੱਖਿਆ ਸਾਧ ਸੰਗਤ ਜੀ ਕਿ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਕਿਵੇਂ ਜਾਣਾ ਚਾਹੀਦਾ। ਸਾਧ ਸੰਗਤ ਜੀ, ਕਦੀ ਸਮਾਂ ਹੁੰਦਾ ਸੀ ਜਿਹੜੇ ਗੁਰੂ ਘਰ ਦੇ ਸੇਵਾਦਾਰ ਹੁੰਦੇ ਸੀ ਨਾ, ਉਹ ਵੀ ਇੰਨੀ ਕੁ ਹਿੰਮਤ ਰੱਖਦੇ ਸੀ। ਸਤਿਗੁਰੂ ਜੀ ਤੇ ਕਹਿੰਦੇ ਸੀ ਹੰਕਾਰੀ ਨੂੰ ਵੀ ਨੀਵਾਂ ਹੋ ਕੇ ਆ, ਤੇ ਕਦੀ ਕਦੀ ਐਸਾ ਸਮਾਂ ਹੁੰਦਾ ਸੀ ਮੇਰੇ ਵਾਂਗ ਰੋਟੀਆਂ ਮੁਥਾਜ ਨਹੀਂ ਸੀ ਹੁੰਦੇ, ਹਿੰਮਤ ਰੱਖਦੇ ਸੀ। ਉਹ ਕਹਿ ਦਿੰਦੇ ਸੀ ਜੇ ਕਿਤੇ ਇਹ ਵੀ ਸਿੱਖ ਦਾ ਭਲਾ ਹੀ ਹੁੰਦਾ ਸਾਧ ਸੰਗਤ, ਜੇ ਕਹਿ ਦਈਏ ਨਾ ਵੀ ਭਲਿਆ ਮਨ ਨੀਵਾਂ ਕਰ, ਤੇ ਇਹਦੇ 'ਚ ਵੀ ਭਲਾ ਹੁੰਦਾ, ਪਰ ਕਹਿਣ ਵਾਸਤੇ ਪਹਿਲਾਂ ਆਪਣੇ ਪੱਲੇ ਵੀ ਕੁਝ ਚਾਹੀਦਾ ਨਾ। ਜੇਕਰ ਆਉਂਦਾ ਮਹਾਰਾਜਾ ਰਣਜੀਤ ਸਿੰਘ ਨੇ ਗੜ੍ਹ ਸ਼ੰਕਰ ਤੇ ਹਮਲਾ ਕੀਤਾ ਤੇ ਰਸਤੇ 'ਚ ਮਿੱਠਾ ਟਿਵਾਣਾ ਸਥਾਨ ਸੀ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀ, ਉੱਥੇ ਰੁਕੇ, ਜਾ ਕੇ ਅਰਦਾਸ ਬੇਨਤੀ ਕੀਤੀ। ਜੋਦੜੀ ਕਹਿੰਦੇ ਕਿ ਭਾਈ ਸਾਹਿਬ ਜੀ ਬੇਨਤੀ ਕਰੋ ਫਤਿਹ ਹੋਵੇ, ਤੇ ਵਾਹਿਗੁਰੂ ਦੀ ਕਰਨੀ ਕੋਈ ਬਹੁਤਾ ਖੂਨ ਖਰਾਬਾ ਨਹੀਂ ਹੋਇਆ ਤੇ ਬੜੇ ਆਰਾਮ ਨਾਲ ਜਿੱਤ ਪ੍ਰਾਪਤ ਹੋਈ। ਤੇ ਛੇਤੀ ਦੇਣੀ ਜਦੋਂ ਵਾਪਸ ਪਰਤ ਆਏ, ਜੰਗ ਜਿੱਤੀ ਗਈ, ਜੰਗ ਹੋਈ ਨਾ, ਬੜੇ ਆਰਾਮ ਦੇ ਨਾਲ ਸਾਰਾ ਕੁਝ ਠੀਕ ਹੋ ਗਿਆ। ਤੇ ਉਸ ਸਥਾਨ ਤੇ ਵਾਪਸ ਆਉਂਦਿਆਂ ਫਿਰ ਰੁਕ ਗਏ ਤੇ ਭਾਈ ਸਾਹਿਬ ਜੀ ਨੂੰ ਬੁਲਾ ਕੇ ਕਹਿਣ ਲੱਗੇ, ਦੱਸੋ ਮੈਂ ਗੁਰਦੁਆਰਾ ਸਾਹਿਬ ਨੂੰ ਕੀ ਦੇਵਾਂ? ਜ਼ਮੀਨ ਜਗੀਰ ਲਵਾ ਦਾਂ, ਸੋਨਾ ਚੜਾ ਦਿਆਂ ਗੁੰਮਨ ਦੇ ਉੱਤੇ, ਦੱਸੋ ਮੈਂ ਕੀ ਦੇਵਾਂ? ਇਨਸਾਨ ਹੈ ਨਾ, ਕਈ ਵਾਰੀ ਪਤਾ ਨਹੀਂ ਲੱਗਦਾ ਸਾਨੂੰ। ਤੇ ਇਹ ਪਰਉਪਕਾਰ ਸੀ। ਉਸ ਪਿਆਰੇ ਸਿੱਖ ਗੁਰੂ ਦੇ ਵਜ਼ੀਰ ਨੇ, ਗੁਰੂ ਕੇ ਸੇਵਾਦਾਰ ਨੇ ਕਿਹਾ ਕਿ ਗੁਰੂ ਕਿਆ ਸਿੱਖਾ, ਜਦੋਂ ਕੱਲ ਗੁਜ਼ਰਿਆ ਸੀ ਉਦੋਂ ਮੰਗਤਾ ਬਣ ਕੇ ਗੁਜ਼ਰਿਆ ਸੀ, ਅੱਜ ਵਾਪਸ ਤੇ ਦਾਤਾ ਬਣ ਗਿਆ, ਤੂੰ ਕੀ ਦੇਵੇਂਗਾ? ਤੂੰ ਮੰਗਣ ਵਾਲਾ ਹੈ, ਦੇਣ ਵਾਲਾ ਨਹੀਂ ਹੈ। ਸੋ ਖਿਮਾ ਕਰਨਾ, ਇੱਥੇ ਜਿਹੜੀਆਂ ਲਿਸਟਾਂ ਅਸੀਂ ਲਾਉਂਦੇ ਹਾਂ ਜਾਂ ਬੁਲਾਉਂਦੇ ਹਾਂ, ਇਹ ਦਾਨੀ ਸੱਜਣਾ ਦੇ ਨਾਂ ਜਾਂ ਗੁਪਤ ਦਾਨ ਦੀਆਂ ਲਿਸਟਾਂ ਨਹੀਂ, ਇਹ ਮੰਗਤਿਆਂ ਦੀਆਂ ਲਿਸਟਾਂ ਨੇ। ਤੂੰ ਪ੍ਰਭ ਦਾਤਾ, दान मत पूरा हम थारे पेखारी जियो, मैं क्या मांगू कि स्थिर ना रहाई, हर दीजा नाम प्यारी जियो। मंगता भी दानी हो सकता है। इस फतूर चो, इस भरम चो बाहर निकलीए। धन वो परोपकारी सिख जिहड़े इदां दी जिम्मेवारी निभा, ये बड़ा भला है साध संगत जी। सो गुरु पातशाह जी ने रहमत की साडे उत्ते, ठाकुर बिनती करन जाने आयो। अंदरों सारे कहिए असीं, मेरा जी करता एक बारी जापी लईए। बिनती करन जाने आयो, ठाकुर बिनती करन जाने आयो। मन नीवा करके जी, बिनती करन जाने आयो, ठाकुर बिनती करन जाने आयो। साध संगत जी, मैं अपनी गल करदा, जे नां दे नाल विशेषण ना लाए जाण, अनाउंसमेंट करदियां ते ये मन सड़ बल के कोले हो जाता है भी मेरा नां ही नहीं चंगी तरह अनाउंस किया, लोगों को पता ही नहीं लग्या, मेरे विशेषण, मेरे तखल्लस, मेरे अहुदे, मेरियां पदवियां। वाहिगुरू करे किते वाकई मन कहे मैं ते मंगता आया हाँ। साध संगत जी, इत्थे ब्रह्म ज्ञानी नूं भाई जी कह के बुला दो ना, तो तुहाडे नाल नाराजगी हो जानी है भी मैनू सारे ब्रह्म ज्ञानी कहंदे, तू भाई साहब कह के अनाउंस कर दिता, तैनूं पता नहीं है ये वड्डे है। ठाकुर बेनती करन जाने आयो, दाता जी रहमत कर, ये मन नीवा हो सके, मैं बेनती करन वाला बना, मैं हुक्म करन वाला ना बना। तेरे घर च उही रज्जे ने, उही माला माल होए ने जेडे बेनती करने वाले बने। हुक्मरान ते खाली चले गए, इथों टिब्बे ज्यों मियाँ, वो तो टिब्बियां वांग सखणे चले गए, इत्थे आए भी तो सखणे चले गए। साध संगत
ਸਰਬ ਸੂਖ ਆਨੰਦ ਸਹਿਜ ਰਸ ਸੁਣਤ ਤੁਹਾਰੋ ਨਾਇਓ। ਤੇਰੀ ਵਡਿਆਈ ਸੁਣ ਕੇ, ਤੇਰੇ ਗੁਣ ਸੁਣ ਕੇ, ਤੇਰੇ ਨਾਮ ਦੀ ਮਹਿਮਾ ਸੁਣ ਕੇ ਸਾਰੇ ਸੁੱਖਾਂ ਦੇ ਨਾਲ, ਸਾਰੇ ਰਸਾਂ ਦੇ ਨਾਲ, ਸਾਰੀਆਂ ਵਡਿਆਈਆਂ ਦੇ ਨਾਲ ਝੋਲੀ ਭਰ ਗਈ। ਸੱਚੇ ਪਾਤਸ਼ਾਹ ਤੇਰੇ ਗੁਣ ਸੁਣਨੇ ਨੇ, ਆਪਣੇ ਗੁਣ ਨਹੀਂ ਸੁਣਾਉਣੇ। ਤੇਰੇ ਗੁਣ ਸੁਣਨ ਆਇਆ ਤੇ ਤੇਰੇ ਗੁਣ ਸੁਣ ਕੇ ਸੱਚੇ ਪਾਤਸ਼ਾਹ ਜੀ ਸਾਰੇ ਸੁੱਖ ਮਿਲ ਜਾਂਦੇ ਆ। ਆਪਣੇ ਗੁਣ ਗਾਉਂਦਿਆਂ ਗਾਉਂਦਿਆਂ ਬੰਦਾ ਅੰਦਰੋਂ ਇੰਨਾ ਕਠੋਰ ਹੋ ਜਾਂਦਾ ਕਿ ਉਹ ਰਿਦਾ ਕਦੀ ਵੀ ਨਹੀਂ ਭਿੱਜ ਸਕਦਾ। ਪੱਥਰ ਨੂੰ ਪਾਣੀ 'ਚ ਡੁੱਬਿਆ ਨਾ ਕਦੀ ਨਹੀਂ ਭਿੱਜਦਾ, ਚਿੱਤ ਕਠੋਰ ਨਾ ਭਿੱਜਿਆ ਤਾਂ ਹੈ। ਸੁਨਤ ਤੁਹਾਰੋ ਨਾਇਓ, ਰਹਾਓ ਦੀ ਇਹ ਪੰਕਤੀ ਹੈ। ਕਿਰਪਾ ਨਿਧਾਨ ਸੂਖ ਕੇ ਸਾਗਰ। ਕਮਾਲ ਹੋ ਗਈ ਜੀ। ਹੇ ਕਰੁਣਾਲੇ ਪਾਤਸ਼ਾਹ, ਕਿਰਪਾ ਦੇ ਖਜ਼ਾਨੇ, ਨਿਧਾਨ ਦਾ ਅਰਥ ਵੱਡਾ ਭੰਡਾਰਾ, ਅਮੁੱਕ ਅਟੁੱਟ ਭੰਡਾਰਾ, ਜਿਹਦੀ ਕਿਰਪਾ ਕਦੀ ਨਹੀਂ ਮੁੱਕਣੀ ਜੀ। ਜਿਹੜਾ ਕਿਰਪਾ ਨਿਰੰਤਰ ਵੰਡ ਰਿਹਾ, ਉਹ ਕਿਰਪਾ ਦਾ ਨਿਧਾਨ, ਜਿਹਦੀ ਕਿਰਪਾ ਕਦੀ ਨਹੀਂ ਮੁੱਕਣੀ, ਉਹ ਸੁੱਖਾਂ ਦਾ ਦਾਤਾ, ਜਿਹੜਾ ਸਾਗਰ ਸੁੱਖਾਂ ਦਾ ਕਦੀ ਨਹੀਂ ਸੁੱਕਣਾ। ਜਸ ਸਭ ਮੈਂ ਜਾਂ ਕੋ ਛਾਇਓ, ਜਿਹਦੀ ਵਡਿਆਈ ਸਾਰਿਆਂ ਦੇ ਵਿੱਚ ਛਾਈ ਹੋਈ ਹੈ, ਵਿਆਪਕ ਹੈ ਜੀ, ਸਭ ਜਗ੍ਹਾ, ਸਾਰੀ ਕਾਇਨਾਤ ਉੱਤੇ ਉਹਦੀ ਵਡਿਆਈ ਵਰਤ ਰਹੀ ਹੈ। ਅਸਲ 'ਚ ਉਹਦੀ ਹੀ ਸ਼ੋਭਾ ਵਰਤ ਰਹੀ ਹੈ। ਅਸੀਂ ਕੀ ਹਾਂ ਜੀ। ਜਸ ਸਭ ਮੈਂ ਜਾਂ ਕੁਛ ਆਇਓ, ਸੰਤ ਸੰਗ ਰੰਗ ਤੁਮ ਕੀਏ, ਆਪਣਾ ਆਪ ਦ੍ਰਿਸ਼ਟਾਇਓ। ਹਾਂ, ਇੱਕ ਜਗ੍ਹਾ ਕੰਮ ਸੌਖਾ ਹੋ ਜਾਏਗਾ ਜਦੋਂ ਤੂੰ ਸੱਤ ਸੰਗ, ਕੱਲ ਵੀ ਮਹਾਰਾਜ ਨੇ ਕਿਰਪਾ ਕੀਤੀ ਸੀ, ਤੈਨੂੰ ਨਾਮ ਰਸੀਆਂ ਦਾ, ਸੱਤ ਸੰਗੀਆਂ ਦਾ, ਸੱਤ ਵਿੱਚ ਰੱਤਿਆਂ ਹੋਇਆਂ ਦਾ ਮੇਲ ਹੋ ਜਾਏ। ਉੱਥੇ ਵਾਹਿਗੁਰੂ ਪ੍ਰਗਟ ਦਿਸਦਾ ਹੈ। ਪ੍ਰਗਟ ਹਰ ਜੀ, ਉਹਦਾ ਵਾਸਾ ਹੀ ਸੰਤ ਸੰਗਤ ਵਿੱਚ ਹੈ, ਸਤ ਸੰਗਤ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਕਿ ਬੜੇ ਵੱਡੀਆਂ ਵੱਡੀਆਂ ਹਸਤੀਆਂ ਸਨ, ਕੋਈ ਨਹੀਂ ਜਾਣ ਸਕਿਆ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰਾ ਮਰਮ ਨਾ ਜਾਣਾ। ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਦੇ ਨਾਂ ਲੈ, ਕਮਲਾਪਤ ਕਮਲਾ ਨਹੀਂ ਜਾਣਾ, ਹਨੂਮਾਨ ਸਰਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਤੇ ਜਿਹਨੂੰ ਕੋਈ ਨਹੀਂ ਜਾਣ ਪਾ ਰਿਹਾ, ਉਹਨੂੰ ਜਾਣਨ ਵਾਸਤੇ ਸਾਧਨ ਕੀ ਹੈ? ਸੰਤ ਸੰਗਤ ਰਾਮ ਹਿਰਦੈ ਬਸਾਈ। ਵਾਹਿਗੁਰੂ ਕਰੇ ਸੰਤ ਜਨਾ ਮਿਲ, ਪੜ੍ਹਦੇ ਹੁੰਦੇ ਨਾ ਪਿਆਰ ਨਾਲ ਸਿੱਖ, ਕਦੀ ਕਦੀ ਘਰਾਂ 'ਚ ਮਾਵਾਂ ਬੱਚਿਆਂ ਨੂੰ ਲੈ ਕੇ ਤੇ ਇਹ ਬਹੁਤ ਪਿਆਰ ਨਾਲ ਪੜ੍ਹਾਉਂਦੀਆਂ ਹੁੰਦੀਆਂ ਸੀ। ਸੰਤ ਜਨਾ ਮਿਲ ਹਰ ਜਸ, ਪੜ੍ਹਿਓ ਨਾ। ਕੋਟ ਜਨਮ ਕੇ ਦੁਖ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾਰ ਸਰਬ ਸੁਖ ਹਰ ਨਾਮ ਵਡਾਈ, ਗੁਰ ਪਰ ਸੰਤ ਜਨਾ ਮਿਲ। ਇਹ ਮਾਹੌਲ ਹੁੰਦਾ ਸੀ ਕਦੀ ਘਰਾਂ 'ਚ ਸਾਧ ਸੰਗਤ। ਵਾਹਿਗੁਰੂ ਕਿਰਪਾ ਕਰੇ ਵਾਪਸ ਆ ਜੇ, ਨਹੀਂ ਤੇ ਇਹ ਸਮਾਂ ਤੇ ਟੈਲੀਫੋਨਾਂ ਨੇ ਖਾ ਲਿਆ ਸਾਡਾ। ਸੰਤ ਜਨਾ, ਧਨ ਨੇ ਜਿਨ੍ਹਾਂ ਨੂੰ ਇਹ ਸੰਤ ਸੰਗਤ ਮਿਲਦੀ ਹੈ ਜੀ। ਸੰਤ ਸੰਗਤ ਰਾਮ ਹਿਰਦੈ ਬਸਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉੱਥੇ ਤੂੰ ਵਰਤਦਾ ਮਹਾਰਾਜ ਜੀ, ਅਕਾਲ ਪੁਰਖ ਵਾਹਿਗੁਰੂ, ਉੱਥੇ ਤੂੰ ਪ੍ਰਗਟ ਵਸਦਾ ਹੈ। ਸੰਤ ਸੰਗਤ ਦੇ ਅੰਦਰ ਹੀ ਤੇਰਾ ਵਾਸ ਹੈ, ਉੱਥੇ ਤੇਰੇ ਰੰਗ ਵਰਤ ਰਹੇ ਨੇ, ਉੱਥੇ ਹੀ ਤੂੰ ਨਜ਼ਰੀ ਆਉਂਦਾ ਅਸਲ 'ਚ। ਆਪਣਾ ਆਪ ਦ੍ਰਿਸ਼ਟਾਇਓ, ਸੰਗਤ ਦੇ ਰਾਹੀਂ ਵਾਹਿਗੁਰੂ ਜੀ ਤੂੰ ਵਰਤ ਰਿਹਾ ਹੁੰਦਾ, ਸੰਗਤ ਦੇ ਰਾਹੀਂ। ਸਾਧ ਸੰਗਤ ਵੇਖੋ ਮੇਰੇ ਦਾਤਾ ਜੀ ਦੀ ਕਿਰਪਾ ਕਿਵੇਂ ਵਰਤਦੀ ਹੈ। ਧੰਨ ਗੁਰੂ ਰਾਮਦਾਸ ਹਜ਼ੂਰ ਦੀ ਸ਼ਰਨ ਵਿੱਚ ਆਏ, ਬਠਿੰਡੇ ਦੀ ਧਰਤੀ ਤੋਂ ਭਾਈ ਆਦਮ ਜੀ। ਰਿਜ਼ਕ ਵਾਹਿਗੁਰੂ ਨੇ ਬੜਾ ਦਿੱਤਾ ਸੀ, ਪਰ ਅੰਦਰ ਇੱਕ ਭੁੱਖ ਸੀ, ਨਿਰਸੰਤਾਨ ਸੀ, ਉਮਰ ਵਡੇਰੀ ਹੋ ਗਈ, ਤੇ ਆਸ ਲੈ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ। ਜਦੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਏ, ਹੁਣ ਦਾਤੇ ਦੇ ਘਰ ਵਿੱਚੋਂ ਇੱਕ ਲਾਗ ਲੱਗੀ, ਸਤ ਸੰਗਤ ਦੀ ਸੇਵਾ। ਸੇਵਾ
ਤੇ ਸਿਮਰਨ ਪੌੜੀ ਹੈ। ਬਖਸ਼ਿਸ਼ਾਂ ਪਾਉਣ ਦੀ ਪੌੜੀ। ਸੇਵਾ ਮਨ ਨੂੰ ਨੀਵਿਆਂ ਕਰਦੀ ਹੈ ਤੇ ਸਿਮਰਨ ਸੁਰਤ ਨੂੰ ਉੱਚੀਆਂ ਕਰਦਾ। ਨਾਲ ਨਾਲ ਦਵਾਈ ਹੈ। ਕਈ ਵਾਰੀ ਕੱਲਿਆਂ ਘਾਲਿਆਂ ਵੀ ਇਹ ਹੰਕਾਰੀ ਹੋ ਜਾਂਦਾ ਹੈ। ਸੇਵਕ ਬਣਾਂਗੇ ਮਨ ਨੀਵਾਂ ਹੋਏਗਾ, ਸਿਮਰਨ ਕਰਾਂਗੇ ਸੁਰਤ ਉੱਚੀ ਹੋਏਗੀ। ਕਲਾ ਵਰਤਦੀ ਗਈ, ਰਸ ਆਉਣਾ ਸ਼ੁਰੂ ਹੋ ਗਿਆ, ਦੋਨੋਂ ਚੀਜ਼ਾਂ ਦਾ ਰੰਗ ਗੂੜਾ ਚੜ ਗਿਆ। ਵਾਸਾ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਕਰ ਲਿਆ। ਪੋਹ ਦਾ ਮਹੀਨਾ ਸੀ, ਸੰਗਤ ਆਈ, ਕਈ ਦਿਨਾਂ ਦੀ ਬਰਸਾਤ ਹੋ ਰਹੀ ਆ, ਠੱਕਾ ਵਗ ਰਿਹਾ। ਅੱਧੀ ਰਾਤ ਵੇਲੇ ਸੰਗਤ ਪਹੁੰਚੀ, ਕੱਪੜੇ ਗਿੱਲੇ ਤੇ ਪੋਹ ਦੀ ਸੀਤ ਹੱਡਾਂ ਨੂੰ ਚੀਰਦਾ। ਜਦੋਂ ਵਗਰੀ ਪਾਉਣ ਠੁਰ ਠੁਰ ਕਰਦੇ ਆ। ਲੰਗਰ ਦੇ ਵਿੱਚ ਬਾਲਣ ਥੋੜਾ ਹੈ, ਲਾਂਗਰੀ ਨੂੰ ਆਪਣਾ ਫਿਕਰ ਹੈ। ਤੇ ਸਿੱਖਾਂ ਦੇ ਮਨ ਦੀ ਮਨਸਾ ਹੈ ਵੀ ਕਿਤੇ ਇਸ ਹੱਡਾਂ ਨੂੰ ਚੀਰਦੀ ਠੰਡ ਵਿੱਚ ਕਿਤੇ ਨਿੱਘ ਮਿਲ ਜੇ ਨਾ, ਅੱਗ ਸੇਕਣ ਨੂੰ ਮਿਲ ਜੇ, ਕੱਪੜੇ ਵੀ ਸੁੱਕ ਜਾਣ ਤੇ ਠੰਡ ਵੀ ਦੂਰ ਹੋ ਜੇ। ਹੁਣ ਬਾਲਣ ਕਿਤੇ ਨਹੀਂ। ਭਾਈ ਆਦਮ ਜੀ ਨੂੰ ਪਤਾ ਲੱਗਦਾ ਹੈ ਤੇ ਜਿਹੜੇ ਘਰ 'ਚ ਉਹਨਾਂ ਦਾ ਵਾਸਾ ਸੀ ਉਹਦੇ ਦਰਵਾਜ਼ੇ ਤੇ ਚੁਗਾਠਾਂ ਤੋੜੀਆਂ ਤੇ ਸੰਗਤ ਦੀ ਸੇਵਾ ਵਾਸਤੇ ਧੂਆਂ ਬਾਲ ਦਿੱਤਾ, ਅੱਗ ਬਾਲ ਦਿੱਤੀ। ਆਨੰਦ ਲਿਆ ਸੰਗਤ ਨੇ। ਜਦੋਂ ਨਿੱਘ ਚੜਿਆ, ਕੱਪੜੇ ਸੁੱਕ ਗਏ, ਦੋ ਪਹਿਰ ਰਾਤ ਗੁਜ਼ਰੀ ਤੇ ਤੀਜੇ ਪਹਿਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਟਹਿਲ ਰਹੇ ਸੀ। ਉਹਨਾਂ ਨੇ ਸੰਗਤ ਨੂੰ ਪ੍ਰਸੰਨ ਚਿੱਤ ਵੇਖਿਆ। ਮਹਾਰਾਜ ਬੜੇ ਖੁਸ਼ ਹੋਏ। ਜੇ ਸੰਗਤ ਖੁਸ਼ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆਪਣਾ ਆਪ ਦ੍ਰਿਸ਼ਟਾਉਂਦਿਆਂ ਤੋਂ ਵਾਹਿਗੁਰੂ ਸੰਗਤ ਦੇ ਅੰਦਰ। ਮਹਾਰਾਜ ਬੜੇ ਪ੍ਰਸੰਨ ਹੋਏ ਵੀ ਸੰਗਤ ਖੁਸ਼ ਹੈ ਤੇ ਗੁਰੂ ਖੁਸ਼ ਹੈ। ਸਵੇਰੇ ਸਾਹਿਬ ਜੀ ਨੇ ਪੁੱਛਿਆ ਵੀ ਰਾਤੀ ਸੰਗਤ ਦੀ ਸੇਵਾ ਕਿਹਨੇ ਕੀਤੀ ਹੈ? ਕਹਿੰਦੇ ਜੀ ਭਾਈ ਆਦਮ ਜੀ ਨੇ ਕੀਤੀ ਹੈ। ਹਜ਼ੂਰ ਕਹਿੰਦੇ ਭਾਈ ਆਦਮ ਜੀ ਨੂੰ ਬੁਲਾਓ। ਭਾਈ ਆਦਮ ਜੀ ਨੂੰ ਸਭਾ ਵਿੱਚ ਸੰਗਤ 'ਚ ਸੱਦਿਆ। ਮਹਾਰਾਜ ਕਹਿਣ ਲੱਗੇ ਤੂੰ ਸਾਨੂੰ ਬਹੁਤ ਖੁਸ਼ ਕੀਤਾ ਹੈ। ਫਿਰ ਮੈਂ ਅਰਜ਼ ਕਰ ਰਿਹਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਤੇ ਜਦੋਂ ਸਿੱਖ ਪ੍ਰਸੰਨ ਹੁੰਦੇ ਆ, ਗੁਰੂ ਪ੍ਰਸੰਨ ਹੁੰਦਾ। ਇਹ ਸਿੱਖਾਂ ਨੂੰ ਸੰਤ ਕਿਹਾ ਮਹਾਰਾਜ ਨੇ। ਸਾਹਿਬ ਕਹਿਣ ਲੱਗੇ ਅਸੀਂ ਬਹੁਤ ਪ੍ਰਸੰਨ ਆ, ਭਾਈ ਆਦਮ ਕੁਛ ਮੰਗੋ। ਹੁਣ ਆਇਆ ਤੇ ਭੁੱਖ ਲੈ ਕੇ ਸੀ, ਨਿਰਸੰਤਾਨ ਸੀ। ਵੇਖੋ ਸਾਧ ਸੰਗਤ, ਇਤਿਹਾਸ ਵਿੱਚ ਸਾਖੀਆਂ 'ਚ ਮੈਂ ਵੀ ਇਹ ਸੁਣਿਆ ਕਿ ਸਤਿਗੁਰੂ ਜੀ ਨੇ 3 ਵਾਰੀ ਕਿਹਾ ਤੇ ਭਾਈ ਆਦਮ ਜੀ ਨੇ ਇਨਕਾਰ ਕਰਤਾ, ਮੰਗਿਆ ਕੁਝ ਨਹੀਂ। ਤੇ ਸੁਣਾਉਣ ਵਾਲਿਆਂ ਨੇ ਸੁਣਾਇਆ ਸੀ, ਜਦੋਂ ਮੈਂ ਸੁਣਿਆ ਸੀ ਕਿ ਉਹ ਝਿਜਕ ਗਏ, ਉਮਰ ਵਡੇਰੀ ਸੀ। ਨਹੀਂ ਸਾਧ ਸੰਗਤ, ਸਿੱਖ ਨਹੀਂ ਗੁਰੂ ਕੋਲੋਂ ਝਿਜਕਦਾ। ਅਸਲ ਵਿੱਚ ਸੇਵਾ ਤੇ ਸਿਮਰਨ ਨੇ ਉਹ ਰਸ ਦਿੱਤਾ ਕਿ ਦੁਨਿਆਵੀ ਭੁੱਖਾਂ ਹੀ ਮੁੱਕ ਗਈਆਂ। ਇਹਨੂੰ ਥੋੜਾ ਜਿਹਾ ਪੋਜ਼ਿਟਿਵ ਲਾਇਓ ਨਾ। ਸੰਤ ਸੰਗਤ ਰਾਮ ਹਿਰਦੈ ਵਸਾਈ। ਜਦੋਂ ਅੰਦਰ ਦਾਤਾ ਵਸ ਗਿਆ ਤੇ ਦਾਤਾਂ ਦੀਆਂ ਭੁੱਖਾਂ ਹੀ ਮਿਟ ਗਈਆਂ। ਹਜ਼ੂਰ ਨੇ 3 ਵਾਰੀ ਕਿਹਾ ਭਾਈ ਆਦਮ ਕੁਝ ਮੰਗੋ ਤੇ ਅਣਮੰਗਿਆਂ ਦਾਨ ਦੇਵਨਾ ਸਭਨਾ ਹਾਜੀਆਂ। ਫਿਰ ਸਾਹਿਬ ਨੇ ਰਹਿਮਤਾਂ ਨਾਲ ਝੋਲੀ ਭਰੀ। ਜੈਸੀ ਭੂਖ ਤੈਸੀ ਕਾ ਪੂਰਕ। ਜੋ ਮਨਸਾ ਲੈ ਕੇ ਆਏ ਸਨ, ਬਿਨ ਬੋਲਿਆਂ ਸਭ ਕੁਝ ਜਾਣਨ ਹਾਰੇ ਨੇ ਝੋਲੀ 'ਚ ਦਾਤ ਪਾ ਦਿੱਤੀ। ਉਸ ਗ੍ਰਹਿ ਵਿਖੇ ਭਾਈ ਭਗਤੂ ਜੀ ਵਰਗੇ ਭਗਤ ਦਾ ਜਨਮ ਹੋਇਆ। ਇਹ ਸਤ ਸੰਗਤ ਦੀ ਟਹਿਲ ਦਾ ਫਲ ਹੈ। ਵਾਹਿਗੁਰੂ ਕਰੇ ਸਾਨੂੰ ਲਾਗ ਲੱਗੇ ਸਾਧ ਸੰਗਤ, ਗੁਰਸਿੱਖਾਂ ਦਾ ਸੰਗ ਮਿਲੇ, ਸਾਧ ਸੰਗਤ ਦੀ ਸੇਵਾ ਮਿਲੇ। ਸਾਨੂੰ ਵੱਡੀ ਦਾਤ ਹੈ। ਧੰਨ ਨੇ ਉਹ ਗੁਰਸਿੱਖ ਜਿਨ੍ਹਾਂ ਘਰਾਂ ਦੇ ਅੰਦਰ ਇਹ ਚਾਅ ਚੜਿਆ ਰਹਿੰਦਾ ਕਿ ਕੋਈ ਗੁਰੂ ਦੇ ਪਿਆਰੇ ਆਉਣ ਤੇ ਅਸੀਂ ਉਹਨਾਂ ਦੀ ਸੇਵਾ ਖੱਟੀਏ। ਮਹਾਰਾਜ ਇਹ ਕਿਰਪਾ ਕਰੇ। ਸੰਤ ਸੰਗ ਰੰਗ ਤੁਮ ਕੀਏ, ਆਪਣਾ ਆਪ ਦ੍ਰਿਸ਼ਟਾਇਓ। ਆਪਣਾ ਆਪ ਦ੍ਰਿਸ਼ਟਾਇਓ। ਤੂੰ ਉੱਥੇ ਦ੍ਰਿਸ਼ਟੀਮਾਨ ਹੁੰਦਾ, ਤੂੰ ਵਰਤਦਾ ਦਿਸਦਾ ਮਹਾਰਾਜ ਜੀ। ਆਪਣੇ ਗੁਰਸਿੱਖਾਂ ਦੇ ਅੰਦਰ, ਆਪਣੇ ਸੰਤ ਜਨਾਂ ਦੇ ਅੰਦਰ ਤੂੰ ਵਰਤਦਾ ਦਿਸਦਾ, ਕਿਉਂਕਿ ਤੇਰੇ ਵਿੱਚ ਤੇ ਉਹ ਸੰਤ ਜਨਾਂ ਚੋਂ ਭੇਦ ਖਤਮ ਹੋ ਗਿਆ ਮਹਾਰਾਜ। ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ, ਚਰਨ ਝਾਰੀ ਕੇਸ ਆਇਓ। ਹੁਣ ਇਹ ਸਿੰਬਲ ਹੈ ਚਰਨਾਂ ਦੇ। ਮੈਂ ਉਹਨਾਂ ਦੇ ਚਰਨਾਂ ਨੂੰ ਕੇਸਾਂ ਨਾਲ ਝਾੜਾਂ। ਗੁਰਸਿੱਖ ਤੇ ਕਦੀ ਵੀ ਕੇਸ ਚਰਨਾਂ ਨੂੰ ਨਹੀਂ ਨਾ ਲਾਉਣ ਦੇਗਾ, ਪਰ ਇਹ ਨਿਮਰਤਾ ਦੀ ਇੰਤਹਾ ਹੈ ਕਿ ਹੇ ਦਾਤਾ ਜੀ
तेरे नाम रसीए होण, मैं अखां नाल उन्हां दा दर्शन करां, हत्थां नाल उन्हां दी सेवा करां, ते मेरी अंदर इन्नी निमरता होवे कि मैं सत संगत दे चरनां नूं अपने केसां नाल झाड़ां। सीस वड्डे कर बैसन दीजै, विण सिर सेव करीजै। मतलब ये नहीं है कि सिर वड्ड देना है, असल च निज मिटाउणा, निमरता दी इंतहा, ये सिखाया गुरु साहब जी ने। वाहिगुरु करे सानू संत संगत नसीब होए, ये संग बार बार नहीं मिलता। बहुत वड्डी रहमत है जी, बहुत वड्डी रहमत। सारियां दा मन इत्थे कित्थे लगदा जी। सो साहिब बख्शिश कर रहे, कहंदे इन्नी निमरता आवे, इन्ना लाहा खट्टा भी हे दाता जी मैं अपने केसां दे नाल चरण झाड़ा, नैनो संग संतन की सेवा चरण झारी के सायो, 8 पहर दर्शन संतन का। एक बचन सच्चे पातशाह जी ने बाणी दे अंदर ना बड़ा प्यारा किया, मिल संत सभा मन मांझी है। संत सभा मन मांझी है। संत सभा विच बैठन दा की लाहा है जी, ये भांडा शुद्ध हुंदा है। संत सभा विच जड़ा गुरु साहब ने कहा सी ना, भांडा धोए बैस धूप देवो, हुक्म कीता सी, ते फिर उहदे च वस्त पाउण दी यतन करना। भांडा शुद्ध होना बड़ा जरूरी है। भांडा हच्छा सोए जो तिस भाव सी, भांडा अत मलीन धोता हच्छा ना होए सी। ते हुण इस भांडे नूं मांजना है, चंगी तरह सोधा लाउणा है, जिहड़ा बहुत गंदा होया, जन्म जन्म की मल लागी इस मन को काला हुआ स्या। इन्नी कालख, इन्नी गंदगी, इनू मान। बाबा कबीर साहब जी के जीवन की एक बड़ी प्यारी जी विथ्या है। वाहिगुरु विच अभेद हो के जो बाबा कबीर साहब बोलते ने, वो रब बोलता है। महापुरख संत साडे बाबा कबीर, उसे बनारस की धरती उत्ते होर भी रहिंदे सी जिन्हां ने कपड़े बड़े ढंग दे पाए हुंदे सी। बाबा कबीर जी दे कोल इदां दा कुछ भी नहीं सी जिहड़े कपड़ियां नूं वेख के कोई कहे भी हाँ ये बाबा जी आ रहे हैं। इदां दा कुछ भी नहीं सी, कोई अडंबर नहीं सी। ते उसे बनारस की धरती दे जिथे बाबा कबीर जी रहिंदे सी, उत्थे अडंबरां दा हड़ आया पिया सी, जिन्हां नूं वेखिया पता लगदा हुंदा सी भी वो पंडित जी आ रहे हैं, विद्वान आ रहे हैं। बाबा कबीर जी नूं वेख के नहीं सी पता लगदा, बाबा रविदास जी नूं वेख के नहीं सी पता लगदा। पर गुरु साहब जी ने प्रवान किन्हां नूं कीता, भाग ठड़े हर संत तुम्हारे, जिन घर धन हर नामा, परवान गणे सेई आए, सफल तिना के कामा। धन बाबा कबीर जी, धन बाबा रविदास जी, धन सदना जी, सैन जी, पीपा जी, धन्ना जी, फरीद जी, जयदेव जी, सब किरतां करन वाले, जित्तियां गंढण वाले, पशु हिकण वाले, कहियां फेरन वाले, दाती फसलां वड्ढण वाले। ते उत्थे ही बैठे जिहड़े मेरे वांग कपड़ियां नूं वेख के लगदा सी भाई साहब आ रहे हैं। जदों महाराज ने किरदार वेख्या ते उन्हां ने कहा ना, एक पासे ते कहा ना परवान गणे सेईए आए, सफल तिन्हां के कामा, ते दूजे पासे अडंबर वेख के कहा ऐसे संत ना, कहो ना गज के, ऐसे संत ना मोको भावै, डाला स्यों बड़े पखंडी है। फल ते लोकी खांदे ही है, चलो लालच हुंदा है, ये ते रुख भी निगल गए नाल दा नाल ही। साध संगत ये ते जड़ां भी नाल ही हजम कर गए इस रुख दियां। भी जिन्हां दी कमाई खानी सी, कमाई ते खाधी, अगले ते होंद मकाउण तक आ गए। ते मेरे बाबे इनू निंदिया ना समझो, क्योंकि गुरु बोल रहा, मैं नहीं बोल रहा। ये सतगुरु जी का बचन है, ऐसे संत ना मोको भावै, धन संत बाबा कबीर जो बोलते ने रब बोलता है। लोग आउंदे आ, जिन्होंने कदर सी वो ग्रहण करते हैं, साध संगत जी पल्ले च बंधे। एक दिन चंचल बिरती वाला एक मनुख आया, बैठना मैं बेनती की सी, तुहाडे भाग ने भी तुसी टिकाओ च बैठे हो, नहीं तो ओए वाल छल कर झत कढ दे, फिर जाए बह कुड़ियारां पास।
ਇੱਥੇ ਨਹੀਂ ਬੈਠਾ ਜਾਂਦਾ। ਸੰਤ ਸੰਗਤ ਰਾਮ ਹਿਰਦੈ ਵਸਾਈ ਦੇ ਇੱਥੇ ਸੰਤ ਸੰਗਤ ਹੁੰਦੀ ਨਹੀਂ ਸਾਧ ਸੰਗਤ ਜੀ। ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਸਿੱਖ ਬੈਠ ਸਕਦਾ ਚੌਂਕੜੇ ਮਾਰ ਕੇ, ਜਿਹਦੇ ਅੰਦਰ ਕੁਝ ਹੋਣ ਦੀ ਹਸਤੀ ਦੀ ਆਪਣੀ ਹੈ ਨਾ ਹੋਂਦ, ਉਹ ਨਹੀਂ ਬੈਠ ਸਕਦਾ। ਸਿੱਖ ਬੈਠ ਸਕਦਾ। ਅਰਦਾਸ ਕਰਿਓ ਵਾਹਿਗੁਰੂ ਜੀ ਸਾਨੂੰ ਸਿੱਖ ਬਣਾ ਲਿਓ, ਕੁਝ ਨਾ ਬਣੀਏ ਪਾਤਸ਼ਾਹ। ਬਾਬਾ ਬੁੱਢਾ ਜੀ ਨੇ ਸਾਰੀ ਉਮਰ 125 ਵਰੇ ਦੀ ਉਮਰ ਤੱਕ ਘਾਲਣਾ ਘਾਲ ਕੇ ਜਦੋਂ ਆਖਰੀ ਤਮੰਨਾ ਜ਼ਾਹਰ ਕੀਤੀ ਰਮਦਾਸ ਦੀ ਧਰਤੀ ਤੇ ਮੇਰਾ ਸੀਸ ਗੁਰੂ ਦੀ ਗੋਦ ਵਿੱਚ ਹੋਵੇ ਜਦੋਂ ਪ੍ਰਾਣ ਛੱਟਣ, ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਹਜ਼ੂਰ ਅਦਬ ਕਰਦੇ ਸੀ ਬਾਬਾ ਬੁੱਢਾ ਜੀ ਦਾ, ਕੱਲਾ ਪਿਆਰ ਨਹੀਂ ਸਤਿਕਾਰ ਕਰਦੇ ਸੀ ਮਹਾਰਾਜ। ਗੋਦੀ 'ਚ ਸੀਸ ਰੱਖ ਕੇ ਤੇ ਸੱਚੇ ਸਾਹਿਬ ਜੀ ਨੇ ਬਹੁਤੇ ਸਨੇਹ 'ਚ ਭਿੱਜ ਕੇ ਕਿਹਾ ਸੀ, ਬਾਬਾ ਬੁੱਢਾ ਜੀ ਕੋਈ ਤਮੰਨਾ ਹੈ? ਕਹਿੰਦੇ ਹਾਂ ਇੱਕ ਹੈ। ਕਮਾਲ ਹੈ ਜੀ, ਸਾਰੀ ਜ਼ਿੰਦਗੀ ਘਾਲਣਾ ਘਾਲ ਕੇ ਤਮੰਨਾ ਮਰੀ ਨਹੀਂ ਅਜੇ ਰਹਿ ਗਈ। ਕਹਿੰਦੇ ਹਾਂ ਇੱਕ ਹੈ। ਤੇ ਸਾਹਿਬ ਕਹਿਣ ਲੱਗੇ ਕੀ ਤਮੰਨਾ ਹੈ? ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ ਕਿ ਬੁੱਢਿਆ ਤੂੰ ਸਿੱਖ ਬਣ ਗਿਆ, ਤੂੰ ਸਿੱਖ ਹੋ ਗਿਆ। ਵਾਹਿਗੁਰੂ ਕੁਝ ਨਾ ਬਣਾਇਓ, ਸਿੱਖ ਬਣਾ ਲਿਓ। ਸਿੱਖ ਬੈਠ ਸਕਦਾ ਸਾਧ ਸੰਗਤ, ਜਿਹਦੀ ਹੋਂਦ ਹਸਤੀ ਆ ਨੂੰ ਉਹ ਨਹੀਂ ਬੈਠ ਸਕਦਾ। ਉਹਦੀ ਮਜਬੂਰੀ ਹੈ ਵਿਚਾਰੇ ਦੀ, ਸਮਾਂ ਨਹੀਂ ਹੈ ਜੀ। ਤੇ ਮੁੱਖ ਦੀ ਗੱਲ ਵੀ ਟੇਸਟ ਨਹੀਂ ਹੈ। ਇਹ ਮਨੁੱਖ ਗਿਆ ਬੜਾ ਚੰਚਲ ਸੀ, 2-4 ਘੜੀਆਂ ਬੈਠਾ। ਲੰਬੀ ਬਾਤ ਮੈਂ ਸੰਖੇਪ ਕਰਦਾ। ਇਹਨੇ ਇੱਕ ਵਾਰੀ ਕਿਹਾ ਜੀ ਮੈਂ ਵੀ ਉਪਦੇਸ਼ ਲੈਣ ਆਇਆ, ਕੁਛ ਗੱਲ ਕਰੋ ਮੇਰੇ ਨਾਲ। ਦੂਜੀ ਵਾਰੀ ਕਿਹਾ, ਤੀਜੀ ਵਾਰੀ ਉਹਨਾਂ ਵੇਖਿਆ ਵੀ ਇਹ ਬੇਚੈਨ ਹੈ। ਤੇ ਬਾਬਾ ਜੀ ਕਹਿਣ ਲੱਗੇ ਕੀ ਦੇਵੇਂਗਾ? ਕਹਿਣ ਲੱਗਾ ਜੀ ਜੋ ਮੰਗੋਗੇ। ਠਾਕੁਰ ਬੇਨਤੀ ਕਰਨ ਜਾਣੇ ਆਇਆ, ਉਹ ਚੇਤਾ ਰੱਖ। ਇਹ ਕਹਿੰਦਾ ਜੀ ਜੋ ਮੰਗੋਗੇ। ਤੇ ਬਾਬਾ ਜੀ ਕਹਿਣ ਲੱਗੇ ਜਾ ਦੁੱਧ ਲੈ ਕੇ ਆ, ਪਿਆਲਾ ਕਟੋਰਾ ਗੜਵਾ ਲਿਆਇਆ। ਹੁਣ ਹੈ ਇਹ ਸਮਝਾਉਣ ਦਾ ਤਰੀਕਾ ਸੀ ਨਾ। ਤੇ ਇਤਿਹਾਸ 'ਚ ਸਾਖੀ 'ਚ ਲਿਖਿਆ, ਕਹਿੰਦੇ ਜੀ ਬਾਬਾ ਜਦੋਂ ਇਹ ਭੱਜਾ ਆਇਆ ਨਾ, ਕਾਲਾ ਜਿਹਾ ਚੰਚਲ ਜਿਹਾ ਦੌੜਾ ਦੌੜਾ ਬੇਚੈਨ, ਇੱਥੇ ਤੇ ਬੜਾ ਸਬਰ ਚਾਹੀਦਾ ਜੀ। ਇੱਥੇ ਤੇ ਜਨਮਾਂ ਤੱਕ ਉਡੀਕਣ ਵਾਲੇ ਕਹਿੰਦੇ ਕਹਿ ਰਵਿਦਾਸ ਆਸ ਲੱਗ ਜੀਓ, ਇੰਨਾ ਸਬਰ। ਉਹ ਕਹਿੰਦਾ ਜੀ ਲਓ ਦੁੱਧ ਆ ਗਿਆ, ਕਿੱਥੇ ਪਾਉਣਾ ਜੀ? ਤੇ ਬਾਬਾ ਜੀ ਨੇ ਗੰਦਾ ਮਲੀਨ ਟੁੱਟਿਆ ਜਰਜਰਾ ਹੋਇਆ ਬਰਤਨ ਅੱਗੇ ਕੀਤਾ। ਕਹਿੰਦੇ ਇਹਦੇ 'ਚ ਪਾ ਦੇ। ਹੁਣ ਵੇਖਣ ਲੱਗ ਪਿਆ ਵੀ ਫਾਇਦਾ ਕੋਈ ਨਹੀਂ ਹੋਣਾ ਜੀ, ਬਰਤਨ ਬਹੁਤ ਜਰਜਰਾ, ਬਹੁਤ ਜੰਗ ਦਾ ਖਾਧਾ। ਕਹਿੰਦਾ ਜੀ ਇਹਨੂੰ ਸਾਫ਼ ਕਰ ਲਓ। ਜੋ ਕਹਿੰਦੇ ਆਹੀ ਤੇ ਤੈਨੂੰ ਸਮਝਾਉਣਾ ਸੀ ਵੀ ਵਸਤੂ ਮੰਗਣ ਵਾਲਿਆ ਸਾਫ਼ ਕਰ ਲੈ ਭਾਂਡਾ। ਹੁਣ ਸਾਫ਼ ਕਿਵੇਂ ਹੋਏਗਾ ਜੀ? ਕਾਲਾ ਨਾ ਹੋ, ਸਾਫ਼ ਕਰ। ਤੇ ਸਾਫ਼ ਹੋਏਗਾ ਸੰਤ ਸੰਗਤ ਰਾਮ ਹਿਰਦੈ ਵਸਾਈ। ਮਿਲ ਸੰਤ ਸਭਾ ਮਨ ਮਾਂਝੀਐ, ਹਰ ਕੈ ਨਾਮ ਨਿਵਾਸ। हे ਦਾਤਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਨੇਤਰ ਸਦਾ ਦਰਸ਼ਨ ਕਰਨ ਤੇਰੇ ਪਿਆਰਿਆਂ ਦੇ, ਨਾਮ ਰਸੀਆਂ ਦਾ ਸੰਗ ਮਿਲੇ ਮੈਨੂੰ, ਤੇਰੇ ਵਿੱਚ ਰੱਤਿਆਂ ਹੋਇਆਂ ਦੀ ਚਰਨ ਧੂੜ ਮਿਲੇ ਮੈਨੂੰ ਦਾਤਾ ਜੀ। ਵਿਰੋਧ ਨਹੀਂ ਸਾਧ ਸੰਗਤ, ਪਰ ਸੱਚੇ ਪਾਤਸ਼ਾਹ ਜੀ ਮਿਲਾਇਓ ਉਹ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗੇ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। आठ पहर दर्शन संतन का, सुख नानक एहो पायो। आही परम सुख है मैनू हर वेले संत जना मिल हर जस गायो दी दात बख्शो पातशाह। मिलाप होवे मैं तेरी कीर्ति गावां, मेरे अंदर तिना देख मन चाओ उठंदा। इसलिए संगत करनी हाँ कद पाई गुणतासा। जाए पुछो सुहागणी, वो संत जन सुहागणा रूहां ने, उन्होंने पुछिए तुसी किवें राविया है, तुसी किवें पाया। तो वाहिगुरु करन किरपा इदां ही संत संगत मिले, हर वेले चित सत संगत विच लगे, तुहाडा छिन छिन पल पल हजूर लेखे लाउण। मेरियां भुल्लां बख्शणियां जी, असीस दिओ। मेरी भी कथनी ते करनी एक हो सके। सारियां दा बेअंत धन्नवाद। दाता जी सारियां नूं झोलियां भर के दातां दे के तोरन। भुल्लां बख्श दे प्यार विच आखो वाहिगुरु जी का खालसा, वाहिगुरु जी की फतेह।